हाँ जी, सत श्री अकाल। ਵੈਲਕਮ ਟੂ ਦਿਲ ਦੀਆਂ ਗੱਲਾਂ, ਵੈਲਕਮ ਟੂ ਮਾਈਂਡਫੁਲ ਮੰਡੇ। ਤੁਹਾਡਾ ਸਵਾਗਤ ਹੈ ਮਾਈਂਡਫੁਲ ਮੰਡੇ ਦੇ ਇਸ ਐਪੀਸੋਡ ਦੇ ਵਿੱਚ। ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਇਮੋਸ਼ਨਲ ਅਬਿਊਜ਼ ਦੇ ਬਾਰੇ ਤੇ ਉਹਦਾ ਇੰਪੈਕਟ ਡਿਪਰੈਸ਼ਨ ਤੇ ਕੀ ਪੈਂਦਾ ਹੈ ਤੇ ਆਪਾਂ ਸਾਰੇ ਕੀ ਕਰ ਸਕਦੇ ਹਾਂ। ਫਿਰ ਯਾਦ ਦਿਵਾਨਾ ਆਪਾਂ ਕੀ ਕਰਨਾ ਹੈ, ਆਪਾਂ ਕਿਸੇ ਦਾ ਦਿਲ ਨਹੀਂ ਦੁਖਾਣਾ, ਕਿਉਂਕਿ ਅੱਜ ਦਾ ਜਿਹੜਾ ਟੌਪਿਕ ਹੈਗਾ ਨਾ ਇਹ ਉਹਦੇ ਉੱਤੇ ਬਿਲਡਅਪ ਹੈਗਾ। ਇੱਕ ਵਰਡ ਹੈਗਾ ਰਿਲੇਸ਼ਨਸ਼ਿਪ ਕਨਫਲਿਕਟ। रिलेशनशिप मीन्स रिश्ता, कन्फ्लिक्ट मेरे उनसे कोई मतभेद पैदा हो जाना, तो रिश्ते ਦੇ ਵਿੱਚ दरार पै जाना किसी भी कारण ਨਾਲ। ਉਹਨੂੰ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਐਕਸਪਰਟ ਰਮਨ ਗਿੱਲ ਜੀ ਵੱਲੋਂ। ਰਮਨ ਜੀ ਮਾੜਾ ਜਿਹਾ ਦੱਸੋ ਸਾਡੇ ਵਿਊਅਰਸ ਨੂੰ ਇਹ ਰਿਲੇਸ਼ਨਸ਼ਿਪ ਕਨਫਲਿਕਟ, ਰਿਸ਼ਤੇ ਵਿੱਚ ਮਤਭੇਦ, ਦਰਾਰ ਕੀ ਹੁੰਦੀ ਹੈ। ਬੇਸਿਕਲੀ ਜਿਹੜਾ ਰਿਲੇਸ਼ਨਸ਼ਿਪ ਕਨਫਲਿਕਟ ਹੁੰਦਾ ਇਹ ਹੋ ਸਕਦਾ ਕਿ ਸਾਡੇ ਕਿਸੇ ਦੇ ਨਾਲ ਸੋਚਾਂ ਦੇ ਵਿੱਚ ਫਰਕ ਆ, ਬਲੀਫਸ ਦੇ ਵਿੱਚ ਫਰਕ ਆ, ਤੇ ਜਿਹੜਾ ਉਹ ਫਰਕ ਆ ਉਹ ਰਿਸ਼ਤੇ ਤੇ ਮਾੜਾ ਅਸਰ ਪੈਣ ਲੱਗ ਪੈਂਦਾ। ਫਰਜ਼ ਕਰੋ ਕਿ ਆਪਾਂ ਉਸ ਬੰਦੇ ਨਾਲ ਗੱਲ ਕਰਨ ਨੂੰ ਹਟ ਜਾਂਦੇ ਆ ਜਾਂ ਟੈਨਸ਼ਨ ਹੋ ਜਾਂਦੀ ਸਾਡੇ ਆਪਸ ਦੇ ਵਿੱਚ। ਰਿਲੇਸ਼ਨਸ਼ਿਪ ਦੇ ਵਿੱਚ ਜੇ ਸੋਚਾਂ ਦੇ ਵਿੱਚ ਇਹ ਫਰਕ ਪੈਣਾ ਇਹ ਤਾਂ ਆਮ ਚੀਜ਼ ਹੈ, ਪਰ ਜਦੋਂ ਰਿਸ਼ਤੇ ਤੇ ਮਾੜਾ ਅਸਰ ਪੈਂਦਾ ਉਹਨੂੰ ਆਪਾਂ ਰਿਲੇਸ਼ਨਸ਼ਿਪ ਕਨਫਲਿਕਟ ਸਮਝਦੇ ਹਾਂ। ਜੀ ਮੈਂ ਇਹਨੂੰ ਥੋੜਾ ਜਿਹਾ ਹੋਰ ਐਲੋਬਰੇਟ ਕਰਨਾ ਚਾਹਾਂ। ਹਾਂਜੀ, ਤਾਂ ਯਾਨੀ ਕਿ ਦੋ ਬੰਦੇ ਹੈਗੇ, ਕੋਈ ਵੀ, ਭਲੇ ਉਹ ਮੰਮੀ ਡੈਡੀ ਹੋਣ, ਭਲੇ ਉਹ ਪੁੱਤ ਤੇ ਮਾਂ ਹੋਵੇ, ਕੁੜੀ ਦੇ ਪਿਓ ਹੋਵੇ, ਜੇ ਉਹਨਾਂ ਦੇ ਕਿਸੇ ਗੱਲ ਦੇ ਵਿੱਚ ਕੋਈ ਏਕਾ ਨਹੀਂ ਹੈਗਾ, ਦੋ ਡਿਫਰੈਂਟ ਓਪੀਨੀਅਨ ਹੈਗੀਆਂ, ਉਹਦੇ ਕਰਕੇ ਉਹਨਾਂ ਵਿੱਚ ਮਤਭੇਦ ਹੈਗਾ, ਉਹ ਵੀ ਰਿਲੇਸ਼ਨਸ਼ਿਪ ਕਨਫਲਿਕਟ ਦਾ ਉਦਾਹਰਣ ਹੋਇਆ। ਹਾਂਜੀ, ਜਿੱਦਾਂ ਆਪਣੇ ਘਰੇ ਰੋਜ਼ ਹੀ ਹੁੰਦਾ, ਮੇਰਾ ਮੁੰਡਾ ਮੇਰੀ ਗੱਲ ਨਹੀਂ ਮੰਨਦਾ ਬਹੁਤ ਵਾਰੀ, ਉਹ ਕਹਿੰਦਾ ਮੈਂ ਗੇਮ ਖੇਡਣੀ, ਮੈਂ ਕਹਿੰਦਾ ਨਾ ਖੇਲ, ਉਹਦੇ ਕਰਕੇ ਮੇਰੇ ਤੋਂ ਨਾਰਾਜ਼ ਹੋ ਜਾਂਦਾ, ਸਾਡੇ 'ਚ ਕਨਫਲਿਕਟ ਹੋ ਜਾਂਦਾ, ਮਤਭੇਦ ਹੋ ਜਾਂਦਾ। ਉਹਦਾ ਇੱਕ ਕਹਿਣਾ ਹੈ ਵੀ IT ਦਾ ਵਰਲਡ ਆਉਣ ਵਾਲਾ ਹੈ, ਮੈਂ ਗੇਮਰ ਬਣੂੰਗਾ, ਤੇ ਮੈਂ ਕਹਿੰਦਾ ਨਹੀਂ ਤੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਪਾ, ਤੇ ਕਿ ਇਹ ਵੀ ਕਨਫਲਿਕਟ ਦੀ ਸ਼੍ਰੇਣੀ 'ਚ ਆ ਸਕਦਾ ਹੈ। ਹਾਂਜੀ, ਜੇ ਹੁਣ ਫਰਜ਼ ਕਰੋ ਕਿ ਜਦ ਤੁਸੀਂ ਪਿੱਛੇ ਹੋ ਜਾਂਦੇ ਉਹਦੇ ਤੋਂ ਜਾਂ ਉਹ ਤੁਹਾਡੇ ਤੋਂ ਪਿੱਛੇ ਹੋ ਜਾਂਦਾ, ਜੋ ਉਹ ਆਪਣੀਆਂ ਸੋਚਾਂ ਨੂੰ ਲਕੋ ਰੱਖਣ ਲੱਗ ਪੈਂਦਾ, ਜੋ ਆਪਣੇ ਜਜ਼ਬਾਤਾਂ ਬਾਰੇ ਖੁੱਲ੍ਹ ਕੇ ਨਹੀਂ ਤੁਹਾਡੇ ਨਾਲ ਗੱਲ ਕਰ ਰਿਹਾ, ਯੈਸ ਦੇਅਰਸ ਅ ਕਨਫਲਿਕਟ। ਹਾਂ, ਮੈਨੂੰ ਕੀ ਮਹਿਸੂਸ ਹੁੰਦਾ ਹੈ, ਉਹ ਮੇਰਾ ਫਿਰ ਖੁੱਲ੍ਹ ਕੇ ਗੱਲ ਨਹੀਂ ਕਰਦਾ ਇਸ ਬਾਰੇ। ਉਹ ਫਿਰ ਡਰਨ ਲੱਗ ਪੈਂਦਾ ਮੋਰਲਾ ਬੰਦਾ ਕਿ ਜੇ ਮੈਂ ਆਪਣੇ ਅਸਲੀਅਤ ਦੇ ਵਿੱਚ ਆਪਣੀ ਸੋਚਾਂ ਬਾਰੇ ਜਾਂ ਜੋ ਆਪਣੀ ਲਾਈਫ 'ਚ ਚਾਹੁੰਦਾ ਮੈਂ ਗੱਲ ਕਰੂੰਗਾ, ਮੋਰਲੇ ਬੰਦੇ ਨੇ ਮੈਨੂੰ ਰੋਕ ਦੇਣਾ ਜਾਂ ਟੋਕ ਦੇਣਾ, ਤਾਂ ਫਿਰ ਕੀ ਫਾਇਦਾ। ਇਹ ਜਿਹੜਾ ਕੀ ਫਾਇਦਾ ਵਿੱਚ ਆ ਜਾਂਦਾ, ਦੈਟਸ ਅ ਕਨਫਲਿਕਟ। ਸਾਰੇ ਜਿਹੜੇ ਰਿਲੇਸ਼ਨਸ਼ਿਪ ਕਨਫਲਿਕਟ ਬੜੇ ਪਟਾਕੇ ਨਹੀਂ ਹੁੰਦੇ ਹੈ, ਦੇ ਕੈਨ ਬੀ ਵੈਰੀ ਕੁਆਇਟ ਐਂਡ ਸਟਲ, ਜਿਹਦੇ ਵਿੱਚ ਆਪਾਂ ਕਿਸੇ ਨੂੰ ਕਹਿ ਦਿੱਤਾ ਕਿ ਇਹ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਤੇਰੀ, ਤਾਂ ਮੋਰਲਾ ਬੰਦਾ ਮੁੜ ਕੇ ਉਸ ਚੀਜ਼ ਬਾਰੇ ਗੱਲ ਹੀ ਨਹੀਂ ਕਰ ਰਿਹਾ, ਉਹ ਫਿਰ ਕੁਆਇਟ ਕਨਫਲਿਕਟ ਬਣ ਜਾਂਦਾ। सो गाइस, मैं आपसे रिमाइंड कराना चाहूँगा, अगर मैं ये चीज़ कोरिलेट कर सकता हूँ ना, शायद आप लोग भी कर पाएंगे। Absolutely. अगर आप यंगस्टर है, आपकी मदर ने बोला अच्छा जी इस तरह के कपड़े मत पहनो, अगर आप लड़के लड़का कोई भी है, उन्होंने बोला स्कूल जा रहे हो तो अच्छे कपड़े पहन लो, अब उस दिन के बाद से आपने बताना ही छोड़ दिया भी आप क्या पहन रहे हो क्या नहीं पहन रहे, क्योंकि अब आपने साइलेंट मोड ले लिया, अभी मुझे इस टॉपिक पे बात ही नहीं करनी, इसमें हमारे मतभेद है। स्ट्रेंज रमन जी, कभी इतनी गहराई से नहीं सोचा था इसको। तो रमन जी एक और क्लैरिटी करना चाहूँगा, एक हमारे पास केस आया था, अगर एक लड़का और एक लड़की अच्छे दोस्त थे, अब वो लड़की बोलती है मुझे आपसे बात नहीं करनी है, नाउ लड़का बोलते मैंने बात करनी है, तो वी नो द टू ओपिनियन, इट्स कॉल्ड कन्फ्लिक्ट, राइट। तो अब अगर वो लड़का लड़की से ये पूछता है कि मैंने आपसे ये कारण जानने का, मेरे से बात क्यों नहीं कर रही, वो फील करता है उसका उसके ऊपर इमोशनल हक है, एक रिश्ता है 3 4 5 साल का, तो वो इससे पूछ सकते हैं। अब लड़की एक एडमेंट हो जाती है एंड शी से नो मैं नहीं बताऊंगी आपको, तो ये क्या इमोशनल अब्यूज होगा या रिलेशनशिप कन्फ्लिक्ट होगा। मैंने ਇਹਦੇ ਵਿੱਚ ਤਾਂ ਦੋ ਹੀ ਆ ਜਾਂਦੇ ਆ, ਰਿਲੇਸ਼ਨਸ਼ਿਪ ਕਨਫਲਿਕਟ ਕਰਕੇ ਇਮੋਸ਼ਨਲ ਅਬਿਊਜ਼ ਆ ਗਿਆ। ਸੋ ਇਹ ਹੋ ਸਕਦਾ, देखो ਹੁਣ ਸਾਨੂੰ ਪੂਰੀ ਸਟੋਰੀ ਤਾਂ ਨਹੀਂ ਪਤਾ, ਹੋਣਾ ਦੋ ਹੀ ਸਾਈਡ ਦੇ। अच्छा जस्ट सिंपल एग्जांपल देखो, जो मुझे टिकटॉक पे किसी ने पूछा, उसके भी आप इन दिस सेंस ਰਿਲੇਸ਼ਨਸ਼ਿਪ ਕਨਫਲਿਕਟ ਦੇ ਕਾਰਨ ਇਮੋਸ਼ਨਲ ਅਬਿਊਜ਼ ਹੋ ਰਿਹਾ, ਪਰ ਦੋਏ ਪਾਸੇ। ਸੋ ਇੱਕ ਕਹਿ ਰਿਹਾ ਕਿ ਮੈਨੂੰ ਹੱਕ ਆ ਟੂ ਨੋ, ਤਾਂ ਦੂਜਾ ਕਹਿ ਰਿਹਾ ਕਿ ਆਈ ਡੋਨਟ ਵਾਂਟ ਟੂ ਟੈਲ ਯੂ, ਬਸ ਰਿਸ਼ਤਾ ਡਨ। ਸੋ ਜੇ ਇਹਨੇ ਕਹਿਤਾ ਕਿ ਰਿਸ਼ਤਾ ਡਨ, ਮੈਂ ਗੱਲ ਨਹੀਂ ਕਰਨੀ, ਮੋਰਲਾ ਬੰਦਾ ਪੁੱਛੀ ਜਾ ਰਿਹਾ, ਤਾਂ ਫਿਰ ਉਹ ਬਾਉਂਡਰੀ ਕ੍ਰਾਸ ਕਰ ਰਿਹਾ, ਦੈਟਸ ਅ ਫਾਰਮ ਆਫ ਅਬਿਊਜ਼। ਐਂਡ ਫॉर ਦਿਸ ਪਰਸਨ ਕਿ ਇੱਕਦਮ ਹੀ ਉਸ ਚੀਜ਼ ਨੂੰ ਬੰਦ ਕਰਨਾ ਆਪਣੇ ਜਿਹੜੇ ਜਾ ਰਿਹਾ, ਤਾਂ ਫਿਰ ਉਹ ਬਾਉਂਡਰੀ ਕ੍ਰਾਸ ਕਰ ਰਿਹਾ, that's a form of abuse. And for this person
ਕਿ ਇੱਕਦਮ ਹੀ ਉਸ ਚੀਜ਼ ਨੂੰ ਬੰਦ ਕਰਨਾ, ਆਪਣੇ ਜਿਹੜੇ your care, your concern, ਉਸ ਚੀਜ਼ਾਂ ਨੂੰ ਉਸ ਬੰਦੇ ਤੋਂ withhold ਕਰਨਾ ਇੱਕਦਮ ਹੀ without an explanation, that's a form of abuse. So basically ਹੁਣ ਇਹਦੀ ਬਲੇਮ ਕਿਵੇਂ ਚੱਲੇਗਾ? ਜੇ ਉਹ ਕੁੜੀ ਉਹਨੂੰ ਕੋਈ ਕਾਰਨ ਕਰਕੇ ਬਹਿ ਕੇ ਗੱਲ ਕਰਕੇ ਦੱਸ ਦਿੰਦੀ ਵੀ ਆਹ ਗੱਲ ਐਵੇਂ ਹੈਗੀ ਹੈ, ਮੈਂ ਤੈਨੂੰ ਅਬਿਊਜ਼ ਨਹੀਂ ਕਰਨਾ ਚਾਹੁੰਦੀ, ਬਟ देयर सम सर्टेन रीजन एंड लेट्स से गुड बाय, शेक हैंड एंड मूव ऑन, डिफरेंट स्टोरी. अब वो लड़का एक इमोशनल हक से बात करता है और लड़की उसको शट डाउन कर देती है, क्योंकि हर बंदे का लीगल राइट है ना, उसे नहीं बताना तो नहीं बताना, आप किसी पे गन तो नहीं रख सकते ना. No. तो यहाँ पे वो सफरर कौन है इन दोनों में से? ये मेरे से टिकटॉक पे प्रश्न पूछा गया था, हु इज सफरर? I mean, ਜਿਹੜੀ ਤੁਸੀਂ ਇਹ ਗੱਲ ਕਰ ਰਹੇ ਆ ਕਿ ਇਮੋਸ਼ਨਲ ਹੱਕ, ਇਮੋਸ਼ਨਲ ਰਾਈਟ, या ਤਾਂ ਫਿਰ ਤੁਸੀਂ ਉਹੀ ਸਾਹ ਦੇ ਵਿੱਚ ਕਹਿ ਰਹੇ ਆ ਕਿ ਉਹ ਦੂਜੇ ਬੰਦੇ ਕੋ ਵੀ ਰਾਈਟ ਹੈ ਕਿ ਮੈਂ ਗੱਲ ਨਹੀਂ ਕਰਨੀ. मैं ये बात मानता हूँ, उसका लीगल राइट है. ਲੀਗਲ ਐਂਡ ਆਲਸੋ ਹਿਊਮਨ ਰਾਈਟ. या अदर वे अराउंड. देयर इज अ ह्यूमन राइट. हाँ जी. ਹੁਣ ਇੱਕ ਆਪਣਾ ਹੱਕ ਜਤਾ ਰਿਹਾ ਰਿਸ਼ਤੇ ਦੇ जो given the उसका अपनापन relationship, था, ਆਪਣਾਪਨ था, जो प्यार ਤਾਂ की भावना ਦੂਜਾ थी. ਆਪਣਾ ਐਜ਼ ਅ ਹਿਊਮਨ ਆਪਣਾ ਰਾਈਟ ਜਤਾ ਰਿਹਾ. I mean in this sense, especially ਜਦੋਂ ਆਪਾਂ ਰਿਲੇਸ਼ਨਸ਼ਿਪ ਕਨਫਲਿਕਟ ਨੂੰ ਦੇਖ ਰਹੇ ਆ, there is no blame game. Ultimately, ਦੋ parties, different perspectives, different beliefs, different values. ਹੁਣ ਸਾਨੂੰ ਇਹ ਨਹੀਂ ਪਤਾ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਗੱਲ ਨਹੀਂ ਕਰਨੀ, ਸ਼ਾਇਦ ਉਹ ਬੰਦਾ ਅੰਦਰੋਂ ਮਹਿਸੂਸ ਕਰ ਰਿਹਾ ਕਿ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਕਰਕੇ ਮੋਰਲੇ ਬੰਦੇ ਨੇ ਮੇਰੀ ਗੱਲ ਸਮਝਣੀ ਨਹੀਂ. That could be one That reason. could be it. ਹੁਣ ਜਿੱਦਾਂ ਆਪਾਂ ਗੱਲ ਕਰ ਹਟੇ ਆ about maybe a father and a son. The son says I want to be a gamer or create games. ਮੈਂ ਗੇਮਾਂ ਬਣਾਉਣੀਆਂ, ਤਾਂ father ਕਹਿੰਦਾ ਨਹੀਂ ਤੁਸੀਂ ਇਹ ਨਹੀਂ ਕਰਨਾ, ਤਾਂ ਫਿਰ ਜਿਹੜਾ ਮੁੰਡਾ ਹੈ ਉਹ ਕਹਿੰਦਾ ਕਿ ਮੈਂ ਮੁੜ ਕੇ ਗੱਲ ਹੀ ਨਹੀਂ ਕਰਨੀ. What's the point? ਮੋਰਲਾ ਬੰਦਾ ਨਹੀਂ ਸਮਝ ਰਿਹਾ. There's no openness. ਫਿਰ ਇਹਦੇ ਵਿੱਚ who do you blame? This is what I'm saying. People ask me, what do you think? I mean, I just say one thing. I don't know if I'm right or wrong. I just say one thing. आपने किसी से अपनापन था, आपका अच्छा प्यार था, अगर वो आपसे बात नहीं कर रहे, तो आई एक्सप्लेन 3 स्टेप थ्योरी. अगर सिर्फ आपका प्यार था उनके प्रति, तो आपको इसको एक्सेप्ट करना पड़ेगा. वो आपसे बात नहीं कर रहे हैं तो, क्योंकि उन्होंने कभी आपके अपने को एक्नॉलेज किया ही नहीं था. अगर उन्होंने आपको एक्नॉलेज किया था, वो उस एक्नॉलेजमेंट से पीछे हट रहे हैं, तो आपके ऊपर आपका एक इमोशनल राइट तो बनता है, लेकिन इमोशनल राइट नाम की कोई चीज कानून में तो है नहीं. आप किसी को ये तो नहीं कह सकते मुझे बताओ मेरा राइट है. नो. देन आई से वन थिंग, एंड ऑफ द डे व्हाट डू यू वांट? पीस ऑफ योर माइंड. वो बंदा जिसको आप कहते हो आपको उससे अच्छा प्यार था, कल तक वो आपको एक्नॉलेज करता था, बट रियलिटी क्या है, आज वो आपको एक्नॉलेज नहीं कर रहा, ही इज पुशिंग यू डाउन. Then just take that as the final answer. End of the day, in conflict, you wanted a resolution, and she's saying, I don't want to say bad, but this is what I'm saying. She's saying, go to hell. Then you need to take it. End of the day, you have to bring the peace of your mind. What do you think about this? okay. I mean, ਇਹਦੇ ਵਿੱਚ ਸਹੀ ਵੀ ਆ, and at the same time there's assumptions. ਤਾਂ ਜਦੋਂ ਆਪਾਂ assumption ਬਣਾ ਰਹੇ ਹਾਂ, ਸਾਡਾ ਦਿਮਾਗ ਬਣਾ ਰਿਹਾ, we don't know the full story. Yeah, no. In Right? general, ਨਹੀਂ, only the surface. In terms of assumption, what I mean is, ਪਹਿਲੀ ਗੱਲ ਤੁਸੀਂ ਕਹਿ ਹਟੇ ਆ ਕਿ ਮੰਨ ਲਓ ਕਿ ਦੂਜਾ ਬੰਦਾ, you had a relationship from your end. Yeah. ਉਹ ਤਾਂ ਆਪਾਂ ਮੰਨ ਸਕਦੇ because it's about me. Yes, only me. Yes, So I one can side. accept that. Yeah. ਦੂਜਾ ਪਾਸਾ ਆਪਾਂ ਕਹਿ ਰਹੇ ਕਿ ਮੋਰਲਾ ਬੰਦਾ, ਉਹਨੇ ਸਾਨੂੰ ਆਪਣਾ ਨਹੀਂ ਸਮਝਿਆ. We cannot say that that's an assumption. ਭਾਵੇਂ ਉਹ ਬੰਦਾ ਅੱਜ ਸਾਡੇ ਤੋਂ ਪਿੱਛੇ ਮੁੜ ਰਿਹਾ ਜਾਂ ਅੱਜ ਸਾਨੂੰ ਮਾੜਾ ਕਹਿ ਰਿਹਾ, we cannot assume ਕਿ ਉਹਨਾਂ ਨੇ ਕਦੀ ਨਹੀਂ ਸਾਨੂੰ ਪਿਆਰ ਕੀਤਾ, ਕਦੀ ਨਹੀਂ ਕੇਅਰ ਕੀਤੀ. Just because of their behavior today, that's an assumption. We might not ever have that answer. That's a fact. So how this convey to the people? Because I come across so many people asking the same question in different form. Only मेरा दिल तोड़ता. I cannot live in today. I am living in past. There's so many questions about overthinking, living in past. I tell them only a basic concept. If you are living in past, there's no ending. It's a black hole. Come out of black hole. Just think good what happened in the past, but don't compare with today and move on. I know saying is easy. I believe कहना बहुत आसान है. अच्छा कोई डर नहीं, कुछ डेथ हो गई कोई डर नहीं, जो आदत बीतती है ना फिर पता लगता है. मैं समझदा इस गल नूं, बट एंड ऑफ द डे ਅਸੀਂ ਕੀ ਚਾਹੁੰਦੇ ਹਾਂ? हर आदमी ਨੂੰ हक है शांतिमय जीवन ਨੂੰ जीण ਦਾ.
ਅਗਰ ਕੋਈ ਕਨਫਲਿਕਟ ਹੈਗਾ ਉਹਦਾ ਰੈਜ਼ੋਲੂਸ਼ਨ ਹੋਣਾ ਚਾਹੀਦਾ ਹੈ। ਤਾਂ ਹੁਣ ਰੈਜ਼ੋਲੂਸ਼ਨ ਨਹੀਂ ਹੈਗਾ ਤਾਂ ਉਹ ਕਿਵੇਂ ਉਸ ਚੀਜ਼ ਨੂੰ ਐਗਰੀ ਕਰੇ? ਆਹ ਕੁਐਸਚਨ ਰਮਨ ਜੀ, ਆਈ ਹੋਪ ਤੁਸੀਂ ਵੀ ਸੋ ਮੈਨੀ ਕਲਾਇੰਟ ਕਮ ਟੂ। ਓਕੇ, ਪਹਿਲੀ ਚੀਜ਼ ਤਾਂ ਆਪਾਂ ਫਰਸਟ ਵੀ ਹੈਵ ਟੂ ਅੰਡਰਸਟੈਂਡ, ਪਹਿਲੀ ਚੀਜ਼ ਇਹ ਸਮਝਣੀ ਪੈਣੀ ਕਿ ਸਾਡਾ ਦਿਮਾਗ ਕਿੱਦਾਂ ਚੱਲ ਰਿਹਾ ਐਜ਼ ਹਿਊਮਨਸ। ਓਕੇ, ਐਂਡ ਦਿਮਾਗ ਸਾਡਾ ਇੱਦਾਂ ਚੱਲਦਾ, ਦਿਮਾਗ ਦੇ ਵਿੱਚ ਇੱਕ ਪਾਰਟ ਹੈਗਾ ਪ੍ਰੀਫਰੰਟਲ ਕੋਰਟੈਕਸ, ਜਿਹੜਾ ਇੱਥੇ ਹੈਗਾ। ਤੇ ਜਿਹੜਾ ਸਾਡਾ ਪ੍ਰੀਫਰੰਟਲ ਕੋਰਟੈਕਸ ਹੈਗਾ ਉਹ ਹਮੇਸ਼ਾ ਜਿਹੜੇ ਕੁਐਸਚਨ ਮਾਰਕ ਆਉਂਦੇ ਸਾਡੀ ਲਾਈਫ ਦੇ ਵਿੱਚ ਉਹਦੇ ਜਵਾਬ ਚਾਹੁੰਦਾ। It wants to make patterns, it wants to understand, it needs to understand. So ਜੇ ਤੁਹਾਡੇ ਸਾਹਮਣੇ ਕੋਈ ਵੀ ਕੁਐਸਚਨ ਮਾਰਕ ਆ ਜਾਂਦਾ, ਦਿਮਾਗ ਨੇ ਸੋਚੀ ਜਾਣਾ ਉਹ ਕੁਐਸਚਨ ਮਾਰਕ ਦਾ ਜਵਾਬ ਲੱਭਣ ਲਈ। Now in some conflicts, ਕਈ ਚੀਜ਼ਾਂ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਆ ਮੋਰਲਾ ਬੰਦਾ ਨਹੀਂ ਸਾਨੂੰ ਜਵਾਬ ਦੇਣਾ ਚਾਹੁੰਦਾ ਜਾਂ ਇੱਕਦਮ ਹੀ ਛੱਡ ਕੇ ਚਲ ਜਾਂਦਾ, ਦਿਮਾਗ ਨੇ ਓਵਰ ਥਿੰਕਿੰਗ ਸ਼ੁਰੂ ਕਰ ਦੇਣੀ ਕਰਕੇ ਮੋਰਲੇ ਬੰਦੇ ਨੇ ਸਾਨੂੰ ਨਹੀਂ ਕੋਈ ਜਵਾਬ ਦਿੱਤਾ, ਜਾਂ ਅਸੀਂ ਉਸ ਜਿਹੜਾ ਜਵਾਬ ਦਿੱਤਾ ਵੀ ਆ ਅਸੀਂ ਉਸ ਚੀਜ਼ ਨੂੰ ਮੰਨ ਨਹੀਂ ਸਕਦੇ, ਐਕਸੈਪਟ ਨਹੀਂ ਕਰ ਸਕਦੇ। ਸੋ ਦਿਮਾਗ ਨੇ ਚੱਲੀ ਜਾਣਾ। Overthinking is a natural way that our mind tries to resolve conflict in our body. ਓਕੇ। ਸੋ ਅਸਲੀਅਤ ਦੇ ਵਿੱਚ ਜਿਹੜੀ ਇਹ ਕੌਨਫਲਿਕਟ ਚੱਲ ਰਹੀ ਸਾਡੇ ਸਰੀਰ ਦੇ ਵਿੱਚ, ਸਾਡੇ ਜਜ਼ਬਾਤਾਂ ਨੂੰ, ਕੋਈ ਦੁੱਖ ਪੈ ਰਿਹਾ, ਕਨਫਿਊਜ਼ਨ ਪੈ ਰਹੀ ਆ, ਘਬਰਾਹਟ ਹੋ ਰਹੀ ਅੰਦਰ, ਵੀ ਗੈਟ ਐਂਗਸ਼ੀਅਸ। ਉਹ ਚੀਜ਼ ਨੂੰ ਰਿਜ਼ੋਲਵ ਕਰਨ ਲਈ ਸਾਡੀ ਪ੍ਰੀਫਰੰਟਲ ਕੋਰਟੈਕਸ, ਸਾਡੇ ਦਿਮਾਗ ਨੇ ਸੋਚੀ ਜਾਣਾ ਇਹਨੂੰ ਕਾਮ ਡਾਊਨ ਕਰਨਗੇ। ਸੋ ਇੱਕ ਤਾਂ ਇਹ ਚੀਜ਼ ਸਾਨੂੰ ਮੰਨਣੀ ਪੈਂਦੀ ਕਿ ਸਾਡਾ ਦਿਮਾਗ, ਦਿਸ ਇਜ਼ ਹਾਊ ਇਟ ਵਰਕਸ, ਦੈਟਸ ਵਾਟ ਇਟ ਡਜ਼। ਦੂਜੀ ਚੀਜ਼ ਇਹ ਹੈਗੀ ਆ ਕਿ ਦਿਮਾਗ ਨੇ ਅਸੰਪਸ਼ਨ ਵੀ ਬਹੁਤ ਬਣਾਉਣੇ। ਸਾਡੇ ਦਿਮਾਗ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ, ਵੀ ਕਾਲ ਇਟ ਈਗੋ। ਈਗੋ ਉਹ ਨਹੀਂ ਹੁੰਦੀ ਕਿ ਮੈਂ ਆ ਮੈਂ ਉਹ ਆ, ਨਾਟ ਦੈਟ, ਬਟ ਦ ਈਗੋ ਦੈਟ ਪ੍ਰੋਟੈਕਟਸ ਆਵਰ ਸੈਲਫ ਆਈਡੈਂਟੀਟੀ। ਓਕੇ। ਸੋ ਸਾਡੇ ਦਿਮਾਗ ਨੇ ਸਾਡੀ ਸੈਲਫ ਆਈਡੈਂਟੀਟੀ ਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਕਰਨਾ। ਤਾਂ ਜੇ ਸਾਡੀ ਸੈਲਫ ਆਈਡੈਂਟੀਟੀ ਉਹਨੂੰ ਪ੍ਰੋਟੈਕਟ ਕਰੂ, ਇਟਸ ਟ੍ਰਾਈਂਗ ਟੂ ਪ੍ਰੋਟੈਕਟ ਆਵਰ ਸੈਲਫ ਆਈਡੈਂਟੀਟੀ, ਉਹਨੂੰ ਦੂਜੇ ਬੰਦੇ ਨੂੰ ਜਾਂ ਥੱਲੇ ਲਾਉਣਾ, ਜਾਂ ਦੂਜੇ ਬੰਦੇ ਬਾਰੇ ਮਾੜਾ ਸੋਚਣਾ, ਜਾਂ ਸਟੋਰੀਆਂ ਬਣਾਉਣੀਆਂ ਅਬਾਊਟ what might have happened, and that's not fact. ਸੋ ਫਰਜ਼ ਕਰੋ ਕਿ ਸਾਨੂੰ ਕੋਈ ਛੱਡ ਕੇ ਚਲ ਜਾਂਦਾ ਬਿਨਾਂ ਕੁਝ ਦੱਸੇ, ਸਾਨੂੰ ਪਿਆਰ ਕਰਦਾ ਸੀ, ਸਾਡਾ ਰਿਸ਼ਤਾ ਵੀ ਸੀ ਉਹਨਾਂ ਦੇ ਨਾਲ, ਉਹ ਸਾਨੂੰ ਇੱਕਦਮ ਹੀ ਛੱਡ ਕੇ ਚਲ ਜਾਂਦਾ। ਦਿਮਾਗ ਕਹੂਗਾ ਕਿ ਸ਼ਾਇਦ ਐਸ ਕਰਕੇ ਛੱਡ ਕੇ ਚਲ ਗਿਆ, ਕਦੀ ਉਹਨੇ ਮੈਨੂੰ ਪਿਆਰ ਹੀ ਨਹੀਂ ਕੀਤਾ, ਸ਼ਾਇਦ ਐਸ ਕਰਕੇ ਛੱਡ ਕੇ ਚਲ ਗਿਆ। Reality is you don't know. You don't. How to shut the brain? That is the That's question. what I'm saying. So the reality is ਜਿਹੜਾ ਫੈਕਟ ਹੈਗਾ, you don't know. ਦਿਮਾਗ ਨੇ ਉਸ ਚੀਜ਼ ਨੂੰ ਮੰਨਣਾ ਦਿਮਾਗ ਲਈ ਬਹੁਤ ਜ਼ਿਆਦਾ ਔਖਾ। ਦਿਮਾਗ ਨੇ ਸਟੋਰੀਆਂ ਬਣਾਉਣੀਆਂ, ਸ਼ਾਇਦ ਆਹ ਮੇਬੀ ਦਿਸ, ਪਿੱਛੇ ਵੀ ਜਾਣਾ ਕਿ ਮੈਂ ਜਾ ਕੇ ਦੇਖਾਂ ਕਿ ਕੀ ਕੁਛ ਹੋਇਆ, ਉਹਨੂੰ ਜਾ ਕੇ I tease it all apart. ਦਿਮਾਗ ਨੇ ਭੱਜਣਾ, ਉਹਦੀ ਜੌਬ ਆ। ਸਾਡੀ ਜੌਬ ਕੀ ਆ? ਦਿਮਾਗ ਨੂੰ ਤੁਸੀਂ ਦੇਖੋ, ਅਬਜ਼ਰਵ ਇਟ ਕਿ ਕਿੱਥੇ ਭੱਜ ਰਿਹਾ, ਤਾਂ ਮੁੜ ਕੇ ਉਹਨੂੰ ਪੁਆਇੰਟ ਤੇ ਲਿਆਵੋ ਕਿ in reality I don't know and I don't have the answer and I will not get the answer. I don't have control over the answer. ਜਦੋਂ ਸਾਡੇ ਕੋਲ ਕੋਈ ਵੀ ਚੀਜ਼ ਤੇ ਕੰਟਰੋਲ ਨਹੀਂ ਹੈ, it's not easy. ਅੰਦਰੋਂ ਸਾਡੇ ਘਬਰਾਹਟ ਆਉਂਦੀ, we get anxious, maybe we feel very low and down, ਜਿਹੜੀ ਮਰਜ਼ੀ ਵੀ ਚੀਜ਼ ਹੋਵੇ। Yeah, any small to small thing. Anything we don't have control over impacts ਸਾਡੇ ਮਾਨਸਿਕ ਸਿਹਤ ਤੇ। ਜਿਹੜੀ ਚੀਜ਼ ਤੇ ਸਾਡੇ ਕੋਲ ਕੋਈ ਕੰਟਰੋਲ ਨਹੀਂ ਹੈ, ਸਾਡੀ ਮਾਨਸਿਕ ਸਿਹਤ ਤੇ ਮਾੜਾ ਅਸਰ ਪੈਂਦਾ, ਫਿਜ਼ੀਕਲ ਸਿਹਤ ਤੇ ਮਾੜਾ ਅਸਰ ਪੈਂਦਾ। So is it easy? No. It is one of the most difficult tasks for a human to accept. One, I don't have control. Two, I don't know the answer. Three, I will never know the answer. Because ਇਹ ਤਿੰਨੇ ਚੀਜ਼ਾਂ ਸਾਡੇ ਦਿਮਾਗ ਦੇ ਆਪੋਜ਼ਿਟ ਚੱਲ ਰਹੀਆਂ। ਪਰ ਰਿਐਲਿਟੀ ਤੇ ਇਹ ਆ ਕਿ ਦਿਮਾਗ ਇੱਕ organ ਹੈਗੀ ਸਾਡੇ ਸਰੀਰ ਦੇ ਵਿੱਚ ਜਿਹੜੀ ਚੱਲ ਰਹੀ ਆ, ਐਂਡ ਜੇ ਅਸੀਂ ਉਸ ਚੀਜ਼ ਨੂੰ ਨਹੀਂ ਅਬਜ਼ਰਵ ਕਰ ਰਹੇ, ਇਟਸ ਗੋਇੰ ਟੂ ਕੀਪ ਓਵਰਵਰਕਿੰਗ। ਉਹਦੀ ਜੌਬ ਆ। ਤੇ ਇਸ ਸਾਰੀ ਸੋਚਣੀ ਦਾ ਡਿਪਰੈਸ਼ਨ ਤੇ ਕੀ ਅਸਰ ਪੈਂਦਾ ਹੈ? ਹੁਣ ਦੇਖੋ, ਜਿਹੜੀ ਰਿਐਲਿਟੀ ਹੈਗੀ ਹੈ, ਜੇ ਰਿਐਲਿਟੀ ਇਹ ਵੀ ਹੈ ਕਿ ਮੈਨੂੰ ਪਤਾ ਨਹੀਂ ਹੈ, ਅਸੀਂ ਉਸ ਚੀਜ਼ ਨੂੰ ਮੰਨ ਲਵਾਂਗੇ, ਸਮਾਂ ਲੱਗਦਾ। ਜਦੋਂ ਆਪਾਂ ਪੂਰੀ ਤਰ੍ਹਾਂ ਉਸ ਚੀਜ਼ ਨੂੰ ਮੰਨ ਸਕਦੇ ਹਾਂ, ਜਿਹੜੇ ਸਾਡੇ ਅੰਦਰ ਜਜ਼ਬਾਤ ਆ, ਦੁੱਖ ਤਾਂ ਹੋਣਾ, ਤਾਂ ਜਦੋਂ ਦੁੱਖ ਹੁੰਦਾ ਤਾਂ ਹੀ ਤਾਂ ਸਾਡਾ ਦਿਮਾਗ ਚੱਲ ਰਿਹਾ।
ਓਵਰ ਟਾਈਮ ਜਿਹੜਾ ਦੁੱਖ ਆ ਉਹਨੇ ਆਪਣੇ ਆਪ ਨੂੰ ਸੰਭਾਲਣ ਲੱਗ ਪੈਣਾ, ਅਸੀਂ ਵੀ ਉਹਨੂੰ ਸੰਭਾਲਣ ਲੱਗ ਪੈਣਾ ਕਰਕੇ ਹੁਣ ਆਪਾਂ ਦੁੱਖ ਵੱਲ ਦੇਖ ਰਹੇ ਕਿ ਅਸੀਂ ਤੇਰਾ ਕਿੱਦਾਂ ਖਿਆਲ ਰੱਖ ਸਕਦੇ ਹਾਂ। ਸ਼ਾਇਦ ਜਿਹੜੇ ਰਿਸ਼ਤੇ ਸਾਡੇ ਕੋਲ ਹਜੇ ਹੈ ਅਸੀਂ ਉਹਨਾਂ ਨਾਲ ਜਾ ਕੇ ਬਹਿੰਦੇ ਹਾਂ, ਸ਼ਾਇਦ ਅਸੀਂ ਬਾਹਰ ਜਾਂਦੇ ਹਾਂ, ਨੇਚਰ 'ਚ ਜਾਂਦੇ, ਪਰ ਅਸੀਂ ਉਸ ਦੁੱਖ ਦਾ ਖਿਆਲ ਰੱਖਣ ਲੱਗ ਪੈਂਦੇ ਹਾਂ। ਜੇ ਅਸੀਂ ਇੱਦਾਂ ਕਰ ਸਕਦੇ ਹਾਂ, ਡਿਪਰੈਸ਼ਨ ਸਾਡੇ ਨੇੜੇ ਹੀ ਨਹੀਂ ਆ ਸਕਦੀ। ਪਰ ਜਦੋਂ ਆਪਾਂ ਬਿਨ ਦੇਖੇ ਦਿਮਾਗ ਸਾਡਾ ਚੱਲੀ ਜਾਂਦਾ ਐਂਡ ਚੱਲਦਾ ਵੀ ਉਸ ਪਾਸੇ ਜਿੱਥੇ ਕੋਈ ਜਵਾਬ ਹੀ ਨਹੀਂ ਹੈ, ਉਹ ਬਸ ਲੱਭ ਰਿਹਾ, ਗੁਆਚਿਆ ਪਿਆ। Without our supervision, we are the supervisor. ਜਦੋਂ ਸੁਪਰਵਾਈਜ਼ਰ ਹੀ ਬੰਦ ਹੋ ਜਾਂਦਾ ਜਾਂ ਸਾਡੀ ਅੱਖਾਂ ਬੰਦ ਹੋ ਜਾਂਦੀਆਂ ਤਾਂ ਦੁੱਖ ਦੇ ਨਾਲ ਸਾਡੀ ਅੱਖਾਂ ਬੰਦ ਤਾਂ ਹੋਣੀਆਂ ਹੀ ਆ, ਭਾਵੇਂ ਇੱਕ ਪਾਲੇ ਹੁੰਦੀਆਂ ਭਾਵੇਂ ਸਾਲੇ ਹੁੰਦੀਆਂ, ਦੁੱਖ ਨੇ ਤਾਂ ਬੰਦ ਕਰਨੀਆਂ ਹੀ ਆ, करके इतना बढ़ जाता साढ़े शरीर के विच। रमन जी अभी आपने एक बहुत बड़ी बात की भी हमें ये मानना पड़ेगा जवाब नहीं है भी वो मेरे से दूर क्यों गया, शायद मिलेगा भी नहीं, ठीक है मैं मान गया। बट मेरा एक क्वेश्चन है, आई नो शायद सुनने वालों को भी अजीब सा लगे, बट मैं कभी किसी से बात कर रहा था, उन्होंने मेरे से कहा चलो अब हमें रूट को समझ में आ गया भी इससे हमें कहीं ना कहीं कुछ नुकसान हो सकता है अगर हम इसी सर्कल में घूमते रहेंगे तो, ठीक है। क्या हम सोसाइटी से ये उम्मीद कर सकते हैं भी अगर कहीं कन्फ्लिक्ट हो, हमें पता है अगर हम कारण नहीं बताएंगे सामने व्यक्ति एक सर्कल में फंस सकता है, विस्कस साइकिल में, तो अगर उसको हम जवाब बता दें तो शायद वो आदमी जो शायद एक अंधेरे कुएं में चक्कर लगाने वाला था, शायद आई एम नॉट गारंटिंग, बिकॉज जैसे आपने बोला कारण बताया फिर भी उसने नहीं मानना, ये भी हो सकता है, आई एम नॉट डिबेटिंग दैट। बट क्या एज अ कम्युनिटी हम ये कुछ ऐसा सोच सकते हैं कि अगर आज मेरा किसी व्यक्ति से बहुत अच्छा रिलेशन है, अब मेरे को किसी भी चीज से मुझे उससे दूर जाना है तो मैं उसको बता दूं, क्या इतना सेल्फ कॉन्फिडेंस हम आपस में ला सकते हैं, ट्रस्ट ला सकते हैं भी मैं उसको बता सकूं दोस्त तुमने ये किया है जो चीज मेरे कल्चर में मेरी आइडियोलॉजी में फिट नहीं बैठती है, इसलिए आज के बाद अपनी दोस्ती ये खत्म होती है। तो एटलीस्ट दैट पर्सन हैव अ वेरी क्लियर आंसर, ही इज नॉट गोइंग टू दैट ब्लैक होल फाइंडिंग दैट व्हाई। क्योंकि मैंने कहीं पढ़ा था जहां आपका जुड़ाव गहरा होता है ना उतना ही डीप आप वुंडेड फील करते हैं। फॉर एग्जांपल वो कहते हैं ना अभी बिट ऑड सिचुएशन, मैंने एक आर्टिकल पढ़ा था, एक बेटी थी, उसके पापा ने उसके लिए एक लड़का देखा, जैसे हमने वीडियो में बात की थी, एंड शी फेल इन लव विद समबडी इन द ऑफिस एंड द गर्ल वाज ऑफिसर, वो लड़का थोड़ा डाउन जॉब में काम करता था। तो नाउ ये इतना बड़ा इमोशनल अब्यूज था, उस बेटी ने बिना बताए उस लड़के से शादी कर ली। हर डैड जस्ट आस्क वन क्वेश्चन, बेटा तूने मुझे बताना भी उचित नहीं समझा, तू मुझे बताती तो शायद मुझे इसका दुख नहीं होता। एंड दैट dad went into severe depression. Though he came out, I met both of the families, but that question was asked to me भी क्या हम ये चीज एम्बाइब कर सकते हैं आज के कल्चर के अंदर भी हम अपनी बात कह सकें। अब मुझे नहीं पता उनके घर में क्या इन्वायरमेंट था, उन्होंने अपने बच्चों को कितना सुरक्षित इन्वायरमेंट दिया था ताकि वो अपनी बात कह सकते। बट मेरे दिमाग में एक प्रश्न है भी अगर हर व्यक्ति, हर रिश्ते का अंत होता है, 2 मिलियन सिंगल पेरेंट है, जब शादी के साथ फेरे लेने वाली भी अलग हो सकते हैं, तो एक प्यार के रिश्ते का तो क्या नाम हो सकता है? I mean, ਜਿਹੜਾ ਤੁਸੀਂ क्वेश्चन ਕਹਿ ਰਹੇ ਆ, I wouldn't say कि ਆਪਾਂ ਆਪਣੇ ਅੰਦਰ ਉਨੀ ਕੌਨਫੀਡੈਂਸ ਲਿਆ ਸਕਦੇ, ਪਰ ਇਨਸਟੈਡ ਕਿ can we as a community ਆਪਾਂ ਇਹ ਇੱਕ ਚੀਜ਼ ਨੂੰ ਇੱਕ moral duty ਬਣਾ ਸਕਦੇ ਹਾਂ। Can we take it as a moral duty ਕਿ ਜੇ ਅਸੀਂ ਕੋਈ ਰਿਸ਼ਤੇ ਤੋਂ ਪਿੱਛੇ ਹੋਣ ਲੱਗੇ ਆ ਜਾਂ ਕੋਈ I mean ਕਈ ਵਾਰੀ ਦੂਜੇ ਬੰਦੇ ਦੇ ਕਰਕੇ ਵੀ ਹੋ ਸਕਦਾ, ਪਰ ਆਪਣੇ ਕਰਕੇ ਵੀ ਹੋ ਸਕਦਾ ਕਿ ਸ਼ਾਇਦ ਸਾਡੇ ਲਾਈਫ ਦੇ ਵਿੱਚ ਕੋਈ ਔਖਾ ਸਮਾਂ ਆ ਰਿਹਾ ਜਾਂ ਸਾਡੀ ਆਪਣੇ ਫੈਮਿਲੀ ਦੇ ਸਾਨੂੰ ਪਿੱਛੇ ਹੋਣਾ ਪੈ ਰਿਹਾ, whatever, can we as a community if we ਜੇ ਅਸੀਂ moral duty ਬਣਾ ਲਈ ਕਿ ਜੇ ਅਸੀਂ ਪਿੱਛੇ ਹੋਣਾ ਤਾਂ ਆਪਾਂ ਦੂਜੇ ਬੰਦੇ ਨੂੰ ਦੱਸ ਦਈਏ ਤਾਂ ਕਿ ਉਹ ਜਿਹੜਾ ਕਿਉਂ ਦਾ ਕੁਐਸਚਨ ਆ वो उस चीज मगर ना भजे, वो उस चीज मगर अपने आप को ना गवा लगे। बिकॉज जब हमने कॉर्टेक्स की बात की ना, हमारे सबके ब्रेन सेम है, ग्रे मैटर इज हियर, राइट साइड कंट्रोल लेफ्ट साइड कंट्रोल राइट साइड, राइट, यू हैव सेम ब्रेन। जैसे रमन जी ने एक वर्ड यूज किया मोरल, मैं भी कोट करूंगा, मिस्टर कैल दुसांझ ने एक बात कही थी हमारे प्रोग्राम के अंदर, उन्होंने बोला था ये हर बंदे की मोरल ड्यूटी है कि वो किसी की मानसिक सेहत पे कोई भी आघात अटैक नहीं करे, क्योंकि
मानसिक चीज पे अटैक उसकी पूरी पर्सनैलिटी पे, और हो सकता है उससे जुड़े सभी लोगों को इम्पैक्ट करे। इट्स वेरी डैमेजिंग इम्पैक्ट। सो स्नेहा, मैं इस चीਜ਼ ਦੋ ਚੀਜ਼ਾਂ ਕਹੂੰਗੀ। ਆਈ ਮੀਨ ਹਾਂਜੀ। ਯੈਸ, ਐਜ਼ ਅ ਕਮਿਊਨਿਟੀ ਆਪਾਂ ਦੋਏ ਵੀ ਕਹਿ ਸਕਦੇ We are part of community. we can take that oath today ਕਿ ਐਜ਼ ਅ ਮੋਰਲ ਡਿਊਟੀ ਜੇ ਅਸੀਂ ਕੋਈ ਰਿਸ਼ਤੇ ਤੋਂ ਪਿੱਛੇ ਹੋਣਾ ਆ, ਅਸੀਂ ਐਟਲੀਸਟ ਉਸ ਕਿਉਂ ਦਾ ਜਵਾਬ ਉਸ ਬੰਦੇ ਦੇ ਟੇਬਲ ਤੇ ਅਸੀਂ ਰੱਖ ਸਕਦੇ ਹਾਂ। ਉਹ ਟੇਬਲ ਤੋਂ ਚੁੱਕਦਾ, ਸਮਝਦਾ ਜਾਂ ਉੱਥੇ ਹੀ ਰਹਿਣ ਦਿੰਦਾ, ਉਹ ਉਹਨਾਂ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਯੈਸ, ਜੇ ਆਪਾਂ ਇਹ ਕਰੋਗੇ ਬਹੁਤ ਬਹੁਤ ਜ਼ਿਆਦਾ ਜਿਹੜਾ ਦੁੱਖ ਆ, ਐਟਲੀਸਟ ਜਿਹੜੇ ਦਿਮਾਗ ਦੀ ਭਾਜੜ ਆ ਉਹ ਘਟ ਜਾਊ। ਪਰ ਮੈਂ ਇੱਕ ਚੀਜ਼ ਉਹਦੇ ਨਾਲ ਵੀ ਐਡ ਕਰੂੰਗੀ ਕਿ ਜੇ ਆਪਾਂ ਇਹਨੂੰ ਵੀ ਇੱਕ ਮੋਰਲ ਡਿਊਟੀ ਲਿਆਉਂਗੇ ਕਿ ਅਸੀਂ ਉਸ ਚੀਜ਼ ਨੂੰ ਟੇਬਲ ਤੇ ਰੱਖਾਂਗੇ ਪਰ ਰਿਸ਼ਤੇ ਦੇ ਪਿੱਛੇ ਕਿਉਂ ਹੋਏ ਆ, ਤਾਂ ਆਪਾਂ ਦੂਜੇ ਪਾਸਿਓਂ ਆਪਣੇ ਆਪ ਨੂੰ ਵੀ ਇਹ ਕੁਐਸਚਨ ਪੁੱਛੀਏ ਕਿ ਕੀ ਜਿਹੜੀ ਮੇਰੀ ਸੋਚਣੀ, ਜਿਹੜੀ ਮੇਰੀ ਸਪੇਸ ਹੈ, ਜੋ ਜਿੱਥੇ ਕੋਈ ਆ ਕੇ ਮੇਰੇ ਨਾਲ ਗੱਲ ਕਰ ਰਿਹਾ, ਉਹ ਇੰਨੀ ਓਪਨ ਹੈ ਕਿ ਕੋਈ ਮੇਰੇ ਟੇਬਲ ਤੇ ਇਹ ਗੱਲ ਆ ਕੇ ਰੱਖ ਸਕਦਾ। ਬਹੁਤ ਵੱਡੀ ਗੱਲ ਹੈ ਜੀ, ਡੂ ਆਈ ਬਹੁਤ ਵੱਡੀ ਕ੍ਰੀਏਟ, ਗੱਲ। ਮੈਂ ਇੱਕ ਸੇਫ ਸਪੇਸ ਜਾਂ ਓਪਨ ਸਪੇਸ ਪ੍ਰੋਵਾਈਡ ਕਰ ਸਕਦੀ ਜਿੱਥੇ ਹੋਰ ਵੀ ਆ ਕੇ ਮੇਰੇ ਟੇਬਲ ਤੇ ਰੱਖ ਸਕਦਾ। ਕਿ ਆਪਾਂ ਜੇ ਇੱਕ ਤੇ ਪਾ ਦਈਏ ਕਿ ਤੁਸੀਂ ਆ ਕੇ ਮੈਨੂੰ ਦੱਸਣਾ, ਪਰ ਅਸੀਂ ਆਪਣੇ ਆਪ ਤੇ ਨਹੀਂ ਦੇਖ ਰਹੇ ਕਿ ਕੀ ਮੈਂ ਸੇਫ ਹਾਂ, ਕੀ ਮੈਂ ਓਪਨ ਹਾਂ ਉਹ ਬੰਦੇ ਲਈ ਮੇਰੇ ਨਾਲ ਆ ਕੇ ਇਹ ਗੱਲ ਕਰਨ ਲਈ। ਆਪਣੇ ਆਪ ਨੂੰ ਪਹਿਲਾਂ ਨਹੀਂ ਆਪਾਂ ਦੇਖ ਰਹੇ, ਐਂਡ ਦੈਟਸ ਨਾਟ ਫੇਅਰ। ਸੋ ਇਹ ਦੋ ਪਾਸੇ ਵੈਰੀ ਗੁੱਡ ਰਮਨ ਜੀ। ਤਾਂ ਮੈਂ ਸਾਰੇ ਵੀਰ ਨੂੰ ਹੱਥ ਜੋੜ ਕੇ, ਮੈਂ ਤੇ ਰਮਨ ਜੀ, ਤਾਂ ਮੈਂ ਸਾਰੇ ਵੀਰ ਨੂੰ ਹੱਥ ਜੋੜ ਕੇ ਮੈਂ ਤੇ ਰਮਨ ਜੀ ਇਹ ਤੁਹਾਨੂੰ ਗੱਲ ਆਖਣਾ ਚਾਹਾਂਗੇ। ਜਿਵੇਂ ਪਹਿਲੇ ਗੱਲ ਕੀਤੀ ਹੈ ਪਿਛਲੇ ਹਫਤੇ, ਜਿੰਨੇ ਅਸੀਂ ਤੁਹਾਨੂੰ ਆਖਿਆ ਵੀ ਕਦੇ ਕਿਤੇ ਦਿਲ ਨਹੀਂ ਦੁਖਾਣਾ, ਕਿ ਆਪਾਂ ਇੱਕ ਨੈਤਿਕ ਜ਼ਿੰਮੇਵਾਰੀ ਲੈ ਸਕਦੇ ਹਾਂ ਵੀ ਜੇ ਕੋਈ ਵੀ ਰਿਸ਼ਤੇ 'ਚ ਦਰਾਰ ਹੈਗੀ ਹੈ, ਉਹਦਾ ਕਾਰਨ ਆਪਾਂ ਆਪਣੇ ਬੰਦੇ ਨਾਲ ਆਖ ਕੇ ਆਪਾਂ ਅੱਗੇ ਵੱਧ ਜੀ। ਮਤਲਬ ਉਦਾਹਰਨ ਦੇ ਕੇ ਦੇਖਣਾ, ਆਪਣੇ ਬੱਚਿਆਂ ਦੇ ਰਿਸ਼ਤੇ ਹੁੰਦੇ ਆ, ਆਪਾਂ ਬਹੁਤ ਸਾਰੇ ਕੁੜੀਆਂ ਦੇਖਦੇ, ਮੁੰਡੇ ਦੇਖਦੇ ਆ, ਆਪਾਂ ਮਨਾ ਕਰਦੇ, ਆਪਾਂ ਆਖਦੇ ਨਹੀਂ ਵੀ ਸਾਡੇ ਬੱਚੇ ਨੇ ਕਿਹਾ ਜੀ ਮੈਂ ਤਾਂ ਕਿਸੇ ਡਾਕਟਰ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਦੈਟਸ ਆਲ। ਆਪਾਂ ਉਹਨੂੰ ਕੁਐਸਚਨ ਮਾਰ ਨਹੀਂ ਛੱਡਦੇ ਵੀ ਤੁਹਾਡਾ ਰਿਸ਼ਤਾ ਕਿਉਂ ਮਨਾ ਕਰ ਰਹੇ ਹੈ, ਜੋ ਕਿ ਕਿੰਨੀ ਵੱਡੀ ਗੱਲ ਲੱਗੀ ਹੈ, ਰਿਸ਼ਤਾ ਜੁੜਦਾ ਪਿਆ ਸੀਗਾ। ਆਪਾਂ ਉਹਨੂੰ ਜਵਾਬ ਦਿੱਤਾ ਕਿਉਂ ਦਾ, ਤਾਂ ਉਹ ਹੋਰ ਕੁੜੀ ਦੇਖਦੇ ਆ, ਆਪਾਂ ਹੋਰ ਕੋਈ ਮੁੰਡਾ ਦੇਖ ਲੈਂਦੇ ਆ। ਜਿਵੇਂ ਤੁਹਾਨੂੰ ਪਹਿਲੇ ਆਖਿਆ 2 ਮਿਲੀਅਨ ਸਿੰਗਲ ਪੈਰੈਂਟ ਹੈ ਜਿਨ੍ਹਾਂ ਨੇ ਪਹਿਲੇ ਫੇਰੇ ਕੀਤੇ ਸੀ, ਜਵਾਕ ਵੀ ਹੈਗੇ, ਅੱਜ ਉਹ ਅੱਡ ਅੱਡ ਰਹਿੰਦੇ ਨੇ। ਇਹਨਾਂ ਮਤਲਬ ਹੱਲ ਤਾਂ ਆਪਾਂ ਕੱਢ ਸਕਦੇ ਹਾਂ ਨਾ। ਯਾਨੀ ਕਿ ਆਪਾਂ ਨੂੰ ਕਿਸੇ ਨੂੰ ਇਮੋਸ਼ਨਲ ਦਰਦ ਦੇਣ ਦੀ ਕੋਈ ਲੋੜ ਹੈ ਨਹੀਂ ਗੀ। ਉਹ ਜਿਹੜਾ ਕੋਰਟੈਕਸ ਹੈ ਨਾ, ਉਹਨੂੰ ਐਕਟੀਵੇਟ ਕਰਨ ਦੀ ਕੋਈ ਲੋੜ ਹੈ ਨਹੀਂ ਗੀ ਵੀ ਉਹ ਗੇੜੇ ਕੱਢਦਾ ਰਹੇ ਅੰਧੇਰੀ ਗੁਹਾ ਦੇ ਵਿੱਚ ਵੀ ਮੇਰੇ ਨਾਲ ਇਹ ਮਾੜਾ ਕਿਉਂ ਹੋਇਆ। ਪਲੀਜ਼ have some moral duty. Don't give pain to others and don't accept pain from others. तो सफर भी साइलेंस में नहीं करना है। रमन जी, this is very thankful the way you explained. मैं कभी नहीं बोलता ये बात वीडियो पर, but thank you very much रमन जी। This is very good point. भी क्या मैं आपको मौका दूंगा भी आप मुझे आके कारण बता सके, that is the biggest thing. तो मैं तो I don't know रमन जी, I feel really very well connected when people talk about this and I speak with them. मैं उनको ये बात कहता हूँ, देखो दोस्त, जिसको अपना समझा था ना, आपने अपना समझा था ना, तो आप उसके अच्छे अच्छे देखो। अगर फिर भी आपको लगता है उसने आपने कुछ गलत किया है, तो कहीं ना कहीं मानो उसको कोई ना कोई, आप उसको बोलते हैं ना, उसको एक बेनिफिट ऑफ डाउट दे दो। मैं ये मानता हूँ ये बेसिकली अपने को ब्लेम लेने की बात है, लेकिन अनफॉर्चुनेटली कहीं ना कहीं अपने ब्रेन को शांत करना पड़ेगा ना। अगर सामने वाला व्यक्ति आपको कारण नहीं बता रहा, तो मैं नहीं चाहता कोई व्यक्ति सफर करे साइलेंस के अंदर। हम बार बार कहते हैं दिल दियां गल्लां मन में भरकर मत जिए, मन भरकर जिए। ਮਿਲਦੇ ਅਸੀਂ ਅਗਲੇ ਮੰਡੇ ਫॉर ਮਾਈਂਡਫੁਲ ਮੰਡੇਜ਼, ਦਿਲ ਦੀਆਂ ਗੱਲਾਂ। थैंक यू वेरी मच। Thank you.